चंद दिन पहले एक सान्या पेश आया जाफर एक्सप्रेस बलोचिस्तान में, और जब वो वापस घर लौट रहा था तो रस्ते में जामे शहादत नोश फरमाया। उन्होंने की क्या सी जो फोन आया सी ਤੁਹਾਨੂੰ ਤੇ ਕੀ ਕਿਹਾ ਨੇ? ਸ਼ਹੀਦ ਹੋ ਗਿਆ। ਇਸ ਤੋਂ ਪਹਿਲੇ ਉਹਨਾਂ ਨਾਲ ਸਾਡੀ ਸਾਰਾ ਦਿਨ ਗੱਪਸ਼ਪ ਹੁੰਦੀ ਰਹਿੰਦੀ ਸੀ। ਯੂਨਿਟ ਵਾਲੇ ਵੀ ਕਹਿੰਦੇ ਨੇ ਸਾਨੂੰ ਮਿਲਿਆ ਹੈ ਨਾ, ਸਾਨੂੰ ਯਕੀਨ ਨਹੀਂ ਹੋਇਆ, ਖੁਦ ਨੂੰ ਨਹੀਂ ਯਕੀਨ ਹੋਇਆ ਕਿ ਉਹ ਵੀ ਸ਼ਹੀਦ ਹੋ ਗਿਆ। ਅਸੀਂ ਤਕਰੀਬਨ ਕੋਈ 1 ਏਕੜ ਦੂਰ ਸੀ ਆਪਣੀ ਵਾਲਦਾ ਤੋਂ। ਮੇਰੀ ਵਾਲਦਾ ਨੇ ਕਹਿ ਦਿੱਤਾ ਕਿ ਮੇਰਾ ਬੇਟਾ ਸ਼ਹੀਦ ਹੋ ਗਿਆ। ਹੁਣ 7 ਮਹੀਨੇ ਬਾਅਦ ਘਰ ਚ ਆ ਰਿਹਾ ਸੀ। ਕਹਿੰਦਾ ਮੈਂ ਖੁਦ ਦੁਆ ਕਰਨਾ ਕਿ ਅੱਲਾਹ ਤਾਲਾ ਮੈਨੂੰ ਵੀ ਸ਼ਹਾਦਤ दे। बिस्मिल्लाहिर्रहमानिर्रहीम, अस्सलाम वालेकुम। मैं आपका मेज़बान फ़याज़ राज़ी। शहीद की जो मौत है कौम की हयात है। दीपालपुर की धरती का एक ऐसा सपूत जिसको 5 बरस हुए थे आर्मी में ज्वाइन हुए और दहशतगर्दों के साथ लड़ते हुए दहशतगर्दों को जहन्नम वासिल करते हुए जामे शहादत नोश फरमाया। चंद दिन पहले एक सान्या पेश आया जाफर एक्सप्रेस बलोचिस्तान में, और जब वो वापस घर लौट रहा था तो रस्ते में जामे शहादत नोश फरमाया और उन दहशतगर्दों को जहन्नुम वासिल किया। मैं बताता चलूं कि ईद उल फितर के बाद उस नौजवान की शादी होनी थी और शादी के सिलसिले में वापस घर लौट रहा था। मेरे साथ उनकी फैमिली मौजूद है, उस जवान के वालिद साहब बैठे हुए हैं, उनके भाई बैठे हुए हैं। इनसे बात करते हैं कि इनका क्या कहना है, और ये बड़ी एक फख्र की बात है। अस्सलाम वालेकुम बाबा जी, की हाल है? ठीक ठाक हो? पहले तो ਤੁਹਾਨੂੰ बहुत मुबारक। अल्लाह ताला ਤੁਹਾਡੇ बेटे ਨੂੰ जन्नतुल फिरदौस ਵਿੱਚ मुकाम देवे। एक बड़ी फख्र ਦੀ ਗੱਲ है कि मुल्क तो अपनी जान ਉਹਨੇ ਕੁਰਬਾਨ ਕੀਤੀ ਹੈ। ਕਦੋਂ ਪਤਾ ਲੱਗਿਆ ਸੀ ਤੁਹਾਨੂੰ? ਸਾਨੂੰ ਜੇ 1 ਦਿਨ ਪਹਿਲੇ ਪਿੱਛੇ ਪਤਾ ਲੱਗਾ। 1 ਦਿਨ ਪਿੱਛੇ ਪਤਾ ਲੱਗਿਆ? ਫੋਨ ਆਇਆ ਸੀ? ਹਾਂਜੀ। ਤੇ ਕੀ ਉਹਨਾਂ ਨੇ ਕੀ ਕਿਹਾ ਸੀ ਜਦੋਂ ਫੋਨ ਆਇਆ ਸੀ ਤੁਹਾਨੂੰ, ਤੇ ਕੀ ਕਿਹਾ ਨੇ? ਸ਼ਹੀਦ ਹੋ ਗਿਆ। ਕਿੰਨੇ ਬੇਟੇ ਨੇ ਤੁਹਾਡੇ? 3 ਬੇਟੇ ਨੇ। ਹਾਂਜੀ। ਤੇ ਜਿਹੜਾ ਇਹ ਜਵਾਨ ਸ਼ਹੀਦ ਹੋਇਆ ਹੈ, ਹਾਂਜੀ, ਉਹਦੀ ਸ਼ਾਦੀ ਰਹਿੰਦੀ ਸੀ ਕਿ ਬਾਕੀ ਵੀ ਕਿਸੇ ਇੱਕ ਅੱਧੇ ਦੀ ਸ਼ਾਦੀ ਕਰਨ ਵਾਲੀ? ਇੱਕ ਬੇਟੇ ਦੀ ਸ਼ਾਦੀ ਰਹਿੰਦੀ ਸੀ ਕਰਨ ਵਾਲੀ? ਹਾਂਜੀ। ਅੱਛਾ, ਈਦ ਤੋਂ ਬਾਅਦ ਕਰਨੀ ਸੀ? ਹਾਂਜੀ। ਅੱਲਾਹ ਤਾਲਾ ਤੁਹਾਨੂੰ ਸਬਰ ਦੇਵੇ और ਤੁਹਾਡੇ ਬੇਟੇ ਨੂੰ अल्लाह ताला जन्नतुल फिरदौस से मुकाम देवे। यकीनन एक बहुत बड़ा मर्तबा है। उनके भाई साथ बैठे हुए हैं उस जवान के, उनसे भी बात करते हैं। अस्सलाम वालेकुम भाईजान। जी वालेकुम सलाम। ठीक ठाक हैं आप? अल्लाह का शुक्र, ठीक ठाक। अच्छा, अल्लाह ताला ਤੁਹਾਡੇ ਭਾਈ ਨੂੰ आला मुकाम देवे। यकीनन अल्लाह रब्बुल इज्जत दी ज़ात ने भी कहा है कि ਜਿਹੜਾ वतन ਤੋਂ ਕੁਰਬਾਨ ਹੁੰਦਾ ਹੈ, अल्लाह ताला ਉਹਨੂੰ जन्नतुल फिरदौस से बड़ा आला मुकाम ਦਿੰਦਾ ਹੈ। ਤੇ ਸ਼ਾਦੀ ਹੈਗੀ ਸੀ ਈਦ ਤੋਂ ਬਾਅਦ, ਤੇ ਤੁਹਾਡੇ ਨਾਲ ਰਾਬਤਾ ਕਦੋਂ ਹੋਇਆ ਜਦੋਂ ਇਹ ਸ਼ਹਾਦਤ ਉਹਨਾਂ ਨੇ ਨੋਸ਼ ਫਰਮਾਈ? ਤੇ ਤੁਹਾਨੂੰ ਫੌਰੀ ਪਤਾ ਚੱਲ ਗਿਆ ਜਾਂ ਕਿਵੇਂ ਮਾਮਲਾ ਹੋਇਆ ਸੀ? ਨਹੀਂ, ਸਾਨੂੰ ਜੁਮੇਰਾਤ ਵਾਲੇ ਦਿਨ ਉਹਨਾਂ ਦੀ ਕਾਲ ਆਈ ਸੀ 10 ਵਜੇ। ਸਹੀ। ਉਹਨਾਂ ਨੇ ਮੇਰੇ ਵੱਡੇ ਭਾਈ ਨੂੰ ਕਾਲ ਕੀਤੀ, ਉਹਨਾਂ ਨੂੰ ਮੁਬਾਰਕਬਾਦ ਦਿੱਤੀ ਕਿ ਤੁਹਾਡੇ ਭਾਈ ਨੇ ਜਾਮੇ ਸ਼ਹਾਦਤ ਨੋਸ਼ ਕੀਤਾ। ਸਹੀ। ਤੇ ਉਹ ਸ਼ਹੀਦ ਹੋ ਗਏ। ਕਾਲ ਆਈ ਕਿ ਸ਼ਹੀਦ ਹੋ ਗਏ? ਜੀ ਸਰ। ਤੇ ਇਸ ਤੋਂ ਪਹਿਲੇ ਤੁਹਾਡੇ ਭਾਈ ਨਾਲ ਕੋਈ ਗੱਲ ਹੁੰਦੀ ਸੀ, ਕੋਈ ਗੱਪਸ਼ਪ ਹੁੰਦੀ ਸੀ? ਕੀ ਕਹਿੰਦੇ ਹੁੰਦੇ ਸਨ? ਇਸ ਤੋਂ ਪਹਿਲੇ ਉਹਨਾਂ ਨਾਲ ਸਾਡੀ ਸਾਰਾ ਦਿਨ ਗੱਪਸ਼ਪ ਹੁੰਦੀ ਰਹਿੰਦੀ ਸੀ। ਪੀਰ ਵਾਲੇ ਦਿਨ ਉਹਨੇ ਮੇਰੇ ਵੱਡੇ ਭਾਈ ਨੂੰ ਕਾਲ ਕਰਕੇ ਕਿਹਾ ਸੀ ਕਿ ਵੀ ਮੈਨੂੰ ਕੁਝ ਪੈਸੇ ਟ੍ਰਾਂਸਫਰ ਕਰ ਦਿਓ। ਆਫਾ ਸਾਹਿਬ ਨੂੰ? ਹਾਂਜੀ। ਅੱਛਾ ਜੀ। ਕਿ ਸ਼ਾਇਦ ਮੈਂ ਛੁੱਟੀ ਆ ਜਾਵਾਂ। ਵੱਡੇ ਭਾਈ ਨੇ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਪੈਸੇ ਚਾਹੀਦੇ ਨੇ। ਉਹਨੇ ਕਿਹਾ ਸਿਰਫ 2000 ਰੁਪਇਆ ਟ੍ਰਾਂਸਫਰ ਕਰ ਦਿਓ, ਮੈਂ ਇੱਥੇ ਕੁਵੇਟਾ ATM ਨਹੀਂ ਕਰਨਾ। ਸਹੀ। ਮੈਂ ਮੁਲਤਾਨ ਆ ਕੇ ATM ਕਰਾਂਗਾ। ਅੱਛਾ ਜੀ। ਤੇ ਭਾਈ ਨੇ ਪੁੱਛਿਆ ਕਿ ਤੂੰ ਅੱਜ ਹੀ ਆ ਰਿਹਾ? ਉਹਨੇ ਕਿਹਾ ਨਹੀਂ, ਮੈਂ ਅੱਜ ਨਹੀਂ ਆ ਰਿਹਾ, ਮੈਂ ਕੱਲ ਨਿਕਲਾਂਗਾ। ਕਿਉਂਕਿ ਉਹਨੇ ਕੁਝ ਘਰ ਵਾਸਤੇ ਸਮਾਨ ਲਿਆ ਹੋਇਆ ਸੀ, ਉਹਨੇ ਆਪਣੇ ਦੋਸਤ ਕੋਲੋਂ ਰਿਸੀਵ ਕਰਨਾ ਸੀ। ਤੇ ਉਹਨੇ ਕਿਹਾ ਮੈਂ ਨਾ ਕੱਲ ਨਿਕਲਾਂਗਾ, ਤੇ ਫਿਰ ਜਿਸ ਟਾਈਮ ਮੈਂ ਨਿਕਲਾਂਗਾ ਮੈਂ ਤੁਹਾਡੇ ਨਾਲ ਰਾਬਤਾ ਕਰ ਲਵਾਂਗਾ। ਤੇ 5:30 ਵਜੇ ਭਾਈ ਨੇ ਲਾਸਟ ਟਾਈਮ ਭਾਈ ਦੀ ਗੱਲ ਹੋਈ ਸੀ ਉਹਦੇ ਨਾਲ, ਤੇ ਭਾਈ ਨੇ ਉਹਨੂੰ ਪੁੱਛਿਆ ਸੀ ਵੀ ਯਾਰ ਮੈਂ ਪੈਸੇ ਟ੍ਰਾਂਸਫਰ ਕਰ ਦਿੱਤੇ ਨੇ, ਤੈਨੂੰ ਮਿਲ ਗਏ ਨੇ ਕਿ ਨਹੀਂ? ਉਹਨੇ ਕਨਫਰਮ ਕਰਨ ਵਾਸਤੇ ਜੀ ਉਹਨੇ ਕਨਫਰਮ ਕਰ ਦਿੱਤਾ ਕਿ ਹਾਂਜੀ ਮਿਲ ਗਏ ਨੇ। ਉਸ ਤੋਂ ਬਾਅਦ ਫਿਰ ਸਾਡਾ ਉਹਦੇ ਨਾਲ ਕੋਈ ਰਾਬਤਾ ਨਹੀਂ ਹੋਇਆ। ਉਹਦਾ ਨੰਬਰ ਬੰਦ ਹੋ ਗਿਆ। ਉਹਦੇ ਦੋਸਤਾਂ ਨਾਲ ਸਾਡਾ ਰਾਬਤਾ ਸੀ, ਉਹ ਕਾਲ ਨਹੀਂ ਰਿਸੀਵ ਕਰਦੇ ਸਨ, ਮੈਸੇਜ ਤੇ ਗੱਲ ਕਰਦੇ ਸਨ। ਉਹਨਾਂ ਸਾਨੂੰ ਕਿਹਾ ਵੀ ਉਹ ਬਿਲਕੁਲ ਠੀਕ ਠਾਕ ਹੈ ਤੇ ਤੁਸੀਂ ਪਰੇਸ਼ਾਨ ਨਾ ਹੋਵੋ। ਤੇ ਉਹ ਸਿਗਨਲ ਨਹੀਂ ਆ ਰਹੇ ਉਹਨੇ, ਜਿੰਦੀ ਵਜ੍ਹਾ ਤੋਂ ਉਹਨਾਂ ਦੇ ਨੰਬਰ ਬੰਦ ਜਾ ਰਹੇ ਨੇ। ਹੁਣ ਜਿਵੇਂ ਕੋਈ ਸਿਗਨਲ ਦੀ ਜਗ੍ਹਾ ਤੇ ਜਾਏਗਾ ਤੇ ਮਤਲਬ ਤੁਹਾਨੂੰ ਤਸੱਲੀ ਦਿੱਤੀ ਜਾ ਰਹੀ ਸੀ ਕਿ ਉਹ ਠੀਕ ਹੈਗੇ ਜੀ। ਨਹੀਂ, ਯੂਨਿਟ ਵਾਲੇ ਵੀ ਕਹਿੰਦੇ ਨੇ ਕਿ ਸਾਨੂੰ ਜਿਸ ਟਾਈਮ ਸਾਨੂੰ ਮਿਲਿਆ ਹੈ ਨਾ, ਸਾਨੂੰ ਯਕੀਨ ਨਹੀਂ ਹੋਇਆ, ਖੁਦ ਨੂੰ ਨਹੀਂ ਯਕੀਨ ਹੋਇਆ ਕਿ ਉਹ ਵੀ ਸ਼ਹੀਦ ਹੋ ਗਿਆ। ਅੱਛਾ ਜੀ। ਉਹ ਵੀ ਇਸ ਚੀਜ਼ ਨੂੰ ਮਤਲਬ ਨਹੀਂ ਸਮਝ ਰਹੇ ਸਨ ਕਿ ਉਹਨਾਂ ਨੂੰ? ਹਾਂ ਬਿਲਕੁਲ, ਉਹ ਨਹੀਂ ਸਮਝ ਰਹੇ ਸਨ ਕਿ ਉਹ ਵੀ ਸ਼ਹੀਦ ਹੋ ਗਿਆ। ਉਹਨਾਂ ਕਿਹਾ ਵੀ ਸਾਨੂੰ ਲੱਗਿਆ ਵੀ ਉਹ ਬਿਲਕੁਲ ਠੀਕ ਹੈ,
ਬਹੁਤ ਦੀ ਰਾਤ ਨੂੰ ਮੇਰੇ ਭਾਈ ਨੂੰ ਕਾਲ ਉਸ ਦੋਸਤ ਦੀ ਆਈ, ਉਹਨੇ ਕਿਹਾ ਜੀ ਉਹ ਸਿੱਬੀ ਵਿੱਚ ਹੈ, ਤੁਸੀਂ ਪਰੇਸ਼ਾਨ ਨਾ ਹੋ, ਉਹ ਠੀਕ ਠਾਕ ਹੈ। ਭਾਈ ਨੇ ਗੂਗਲ ਕੀਤਾ ਸਿੱਬੀ, ਉਹ ਫਿਰ ਪਤਾ ਲੱਗਿਆ मतलब डाउट होना शुरू हो गया कि नजदीक ही सारा। ਇਸ ਤੋਂ ਸਭ ਤੋਂ ਜਿਹੜੀ ਇੱਕ ਮੇਨ ਚੀਜ਼ ਹੋ ਗਈ ਨਾ, ਮੇਰੇ ਵਾਲਦ ਸਾਹਿਬ ਤਕਰੀਬਨ 8:30 ਵਜੇ 8 ਵਜੇ ਸੌ ਜਾਂਦੇ, अच्छा। ਜ਼ਿਆਦਾ ਦੇਰ ਨਹੀਂ ਬੈਠਦੇ। ਅਸੀਂ ਬਿਲਾ ਵਜ੍ਹਾ, ਅਸੀਂ ਕਦੇ ਜ਼ਿੰਦਗੀ ਦੇ ਵਿੱਚ ਮਤਲਬ ਕਾਫੀ ਟਾਈਮ ਹੋ ਗਿਆ, ਅਸੀਂ ਕਦੇ ਘਰ ਦੇ ਵਿੱਚ ਟੈਲੀਵਿਜ਼ਨ ਤੇ ਸਾਰੀ ਫੈਮਿਲੀ ਇਕੱਠੇ ਨਹੀਂ ਬੈਠੇ। ਅਸੀਂ ਜੀਓ ਨਾਲ ਚੈਨਲ ਲੱਗਿਆ ਹੋਇਆ ਸੀ, ਅਸੀਂ ਰਾਤ 10 ਵਜੇ ਤੱਕ ਬਿਲਾ ਵਜ੍ਹਾ ਖਬਰਾਂ ਸੁਣੀਆਂ, ਸਾਰੇ ਇਕੱਠੇ ਹੋ ਕੇ ਬੈਠੇ ਰਹੇ, ਸਾਰੇ ਇਕੱਠੇ ਹੋ ਕੇ ਬਿਲਕੁਲ ਸਖਤਾ ਹੋ ਕੇ ਬੈਠੇ ਰਹੇ। ਉਹ ਦੱਸ ਰਹੇ ਸਨ ਵੀ 4 FC ਦੇ ਜਵਾਨ ਸ਼ਹੀਦ ਹੋ ਗਏ, ਅਫਸੋਸ ਕਰ ਰਹੇ ਸੀ ਕਿ ਵੀ ਯਾਰ ਅੱਲਾਹ ਪਾਕ ਇਹਨਾਂ ਦੇ ਘਰ ਵਾਲਿਆਂ ਨੂੰ ਸਬਰੇ ਜਮੀਲ ਦੇਵੇ, ਸ਼ਹੀਦ ਹੋ ਗਏ। 10 ਵਜੇ ਤੱਕ ਅਸੀਂ ਸਾਰੀ ਫੈਮਿਲੀ ਇਕੱਠੇ ਸੀ ਤੇ ਅਸੀਂ ਸਿਰਫ ਖਬਰਾਂ ਹੀ ਸੁਣੀਆਂ। ਜਿਸ ਟਾਈਮ ਸਾਨੂੰ ਇਹ ਖਬਰ ਮਿਲੀ, ਮੇਰੀ ਵਾਲਦਾ ਮੇਰੇ ਵਾਲਦ ਸਾਡੀ ਜ਼ਮੀਨ ਅੱਲੇ ਸਨ, ਅਸੀਂ ਉਹਨਾਂ ਨੂੰ ਜਿਸਲੇ ਖਬਰ ਦੇਣ ਗਏ, ਅਸੀਂ ਤਕਰੀਬਨ ਕੋਈ 1 ਏਕੜ ਦੂਰ ਸੀ ਆਪਣੀ ਵਾਲਦਾ ਤੋਂ। ਮੇਰੀ ਵਾਲਦਾ ਨੇ ਕਹਿ ਦਿੱਤਾ ਕਿ ਮੇਰਾ ਬੇਟਾ ਸ਼ਹੀਦ ਹੋ ਗਿਆ। पहले क्या था? ਮੇਰੀ ਵਾਲਦਾ ਨੇ ਸਾਨੂੰ ਪਹਿਲੇ ਕਿਹਾ। माँ है ना जी, माँ है। ਹਾਂਜੀ, ਮੈਂ ਖੁਦ ਗਿਆ ਸੀ ਆਦੀ ਵਾਲਦਾ ਨੂੰ, ਵਾਲਦ ਨੂੰ ਲੈਣ ਵਾਸਤੇ ਮੋਟਰਸਾਈਕਲ ਤੇ। ਮੇਰੀ ਵਾਲਦਾ ਨੇ ਮੈਨੂੰ ਵੇਖ ਕੇ ਕਹਿ ਦਿੱਤਾ ਸੀ, ਉਹਨੇ ਕਿਹਾ ਵੀ ਆਪਣਾ ਨਹੀਂ ਸ਼ਹੀਦ ਹੋ ਗਿਆ। ਮੈਂ ਫਿਰ ਉਹਨਾਂ ਨੂੰ ਬਿਠਾਇਆ, ਅਸੀਂ ਘਰ ਆ ਗਏ। ਫਿਰ ਸਾਡੇ ਘਰ ਦੇ ਵਿੱਚ ਸਾਡੇ ਪੂਰਾ گاؤں ਸਾਡੇ ਦੁੱਖ ਕੇ ਸ਼ਰੀਕ ਹੋ ਗਿਆ, ਫਿਰ ਸਾਡੇ ਪੂਰਾ ਇਲਾਕਾ ਸ਼ਰੀਕ ਹੋ ਗਿਆ। ਤੇ ਆਰਮੀ ਦਾ ਸ਼ੌਕ ਸੀ ਜਾਂ ਮਤਲਬ ਕਿ ਸੋਰਸ ਆਫ ਇਨਕਮ ਵਾਸਤੇ, ਜਿਵੇਂ ਕਿ ਅੱਜ ਕੱਲ ਦੇ ਹਾਲਾਤ ਨੇ ਕਿ ਰੋਜ਼ੀ ਰੋਟੀ ਦੀ ਵਜ੍ਹਾ ਤੋਂ ਆਰਮੀ 'ਚ ਜਾਣਾ ਹੈ, ਜਾਂ ਮੁਲਕ ਵਾਸਤੇ, ਜਾਂ ਕੀ ਸੀ ਹਾਲਾਤ ਕਿਵੇਂ ਦੇ ਨੇ ਘਰ ਦੇ? ਠੀਕ ਫਾਈਨੈਂਸ? ਅਲਹਮਦੁਲਿਲਾ ਅਲਹਮਦੁਲਿਲਾ। ਮੇਰਾ ਵੱਡਾ ਭਾਈ ਬੈਂਕ 'ਚ ਸੀ। ਅੱਛਾ। ਅਸੀਂ ਉਹਨੇ ਮੈਟ੍ਰਿਕ ਕੀਤਾ, ਮੈਟ੍ਰਿਕ ਤੋਂ ਬਾਅਦ ਅਸੀਂ ਉਹਨੂੰ ਗਾਰਮੈਂਟਸ ਦਾ ਕਾਰੋਬਾਰ ਕਰਵਾਇਆ। ਸਾਡੀ ਆਪਣੀ ਅਲਕਰਮ ਗਾਰਮੈਂਟਸ ਦੀ ਸ਼ਾਪ ਹੈ। ਅੱਛਾ। ਹੱਤਾ ਕਿ ਮੇਰੇ ਭਾਈ ਨੂੰ ਉਹਨੇ ਆਰਮੀ ਦੇ ਚੱਕਰ ਦੇ ਵਿੱਚ ਜੌਬ ਵਿੱਚ ਰਿਜ਼ਾਈਨ ਦਵਾਇਆ। ਉਹਨੇ ਕਿਹਾ ਨਹੀਂ, ਮੈਂ ਤੂੰ ਇਹ ਕਾਰੋਬਾਰ ਮੈਂ ਤੁਹਾਡੇ ਵਾਸਤੇ ਕੀਤਾ ਹੈ, ਮੈਂ ਆਰਮੀ ਜੁਆਇਨ ਕਰਨੀ। ਜਿਸ ਬੰਦੇ ਕੋਲ ਉਸਨੇ ਵੱਲ ਸਿੱਖਿਆ ਸੀ, ਬੈਂਕ ਦੀ ਜੌਬ ਤੁਹਾਡੇ ਭਾਈ ਕੋਲੋਂ ਰਿਜ਼ਾਈਨ ਕਰਵਾ ਕੇ ਤੇ ਉੱਥੇ ਬਿਠਾ ਦਿੱਤਾ। ਖੁਦ ਉਹ ਅਪਲਾਈ ਕਰਦਾ ਸੀ ਆਰਮੀ ਦੇ ਵਿੱਚ, ਆਰਮੀ 'ਚ। ਹਾਂਜੀ। ਉਹ ਇੱਕ ਦਫਾ ਉਹਨੇ ਅਪਲਾਈ ਕੀਤਾ, ਉਹ ਰਿਜ਼ਰਵ ਵਿੱਚ ਚਲਾ ਗਿਆ। ਅੱਛਾ। ਫਿਰ ਦੂਸਰੀ ਦਫਾ ਉਹਨੇ ਅਪਲਾਈ ਕੀਤਾ ਸੀ ਮੰਡੀ ਬਾਉਦੀਨ ਜਾ ਕੇ, ਉੱਥੇ ਨਾ ਉਸਦੀ ਤਬੀਅਤ ਖਰਾਬ ਹੋ ਗਈ ਕਿਉਂਕਿ ਸਫ਼ਰ ਬਹੁਤ ਜ਼ਿਆਦਾ। ਉਹ ਸਫ਼ਰ ਦੇ ਵਿੱਚ ਕੋਈ ਇਤਨਾ ਅੱਛਾ ਨਹੀਂ ਸੀ, ਕਹਿ ਆ ਜਾਂਦੀ ਸੀ ਉਹਨੂੰ। ਉੱਥੇ ਗਿਆ, ਰਨਿੰਗ ਦੇ ਦੌਰਾਨ ਕਹਿ ਆ ਗਿਆ, ਅਨਫਿਟ ਹੋ ਗਿਆ, ਵਾਪਸ ਆ ਗਿਆ। ਅਸੀਂ ਕਿਹਾ ਛੱਡ ਯਾਰ, ਆਪਣਾ ਕਾਰੋਬਾਰ ਹੈ, ਸਾਡਾ ਜ਼ਿਮੀਂਦਾਰ ਹੈ, ਸਾਡੇ ਕੋਲ ਜਾਨਵਰ ਨੇ ਆਪਣੇ। ਲੇਕਿਨ ਉਹਦਾ ਇੱਕ ਜਨੂਨ ਹੈਗਾ ਸੀ, ਉਹਨੇ ਕਿਹਾ ਨਹੀਂ, ਮੈਂ ਜਾਣਾ ਹੀ ਜਾਣਾ। ਉਹ ਕੋਸ਼ਿਸ਼ ਕਰਦਾ ਰਿਹਾ। ਫਿਰ ਜਿਹੜੇ ਪਹਿਲੇ ਸਾਲ ਉਹਨੇ ਅਪਲਾਈ ਕੀਤਾ ਸੀ ਰਿਜ਼ਰਵ ਦੇ ਵਿੱਚ, ਉਸ ਦੇ ਵਿੱਚ ਉਹਨੂੰ ਕਾਲ ਆ ਗਈ, ਦੁਬਾਰਾ ਫਿਰ ਕਾਲ ਆ ਗਈ, ਸਿਲੈਕਟ ਹੋ ਗਿਆ। ਫਿਰ ਉਹ ਮਨਸੇਰਾ ਉਸਨੇ ਟ੍ਰੇਨਿੰਗ ਕੀਤੀ 9 ਮਹੀਨੇ। ਫਿਰ ਮਨਸੇਰਾ ਤੋਂ ਬਾਅਦ ਉਹ ਸਾਡੇ ਆਪਣੇ ਸ਼ਹਿਰ ਉਕਾੜਾ ਦੇ ਵਿੱਚ ਇੱਥੇ ਅਪਾਇੰਟਮੈਂਟ ਹੋ ਗਈ। 3 ਸਾਲ ਉਹ ਇੱਥੇ ਰਹਿ ਕੇ ਗਿਆ। ਤੇ ਪਹਿਲੇ ਵੀ ਕੋਈ ਘਰ 'ਚ ਕੋਈ ਗੱਲ-ਗੁਲ ਹੁੰਦੀ ਸੀ ਇਸ ਹਵਾਲੇ ਨਾਲ ਕਿ ਮਤਲਬ ਜਿਵੇਂ ਕਹਿ ਰਿਹਾ ਜੀ ਕਿ ਉਹਨਾਂ ਦੇ ਕੋਈ ਦੋਸਤ ਪਹਿਲੇ ਸ਼ਹੀਦ ਹੋਏ ਨੇ, ਤੇ ਉਹ ਮਤਲਬ ਕੋਈ ਹੈ ਸੀ ਇਸ ਤਰ੍ਹਾਂ ਦੀ ਕੋਈ? ਹਾਂਜੀ, ਲਾਸਟ ਟਾਈਮ ਜਿਸ ਤੇ ਉਹ 7 ਮਹੀਨੇ ਪਹਿਲੇ ਛੁੱਟੀ ਤੇ ਆਇਆ ਸੀ, ਤੇ ਹੁਣ 7 ਮਹੀਨੇ ਬਾਅਦ ਘਰ ਵਿੱਚ ਆ ਰਿਹਾ ਸੀ। ਉਹ ਪਹਿਲੇ ਆਇਆ ਸੀ, ਉਹਦਾ ਇੱਕ ਦੋਸਤ ਸ਼ਹੀਦ ਹੋ ਗਿਆ ਸੀ ਕੁਵੇਟਾ ਦੇ ਵਿੱਚ। ਗੱਡੀਆਂ ਦੇ ਉੱਤੇ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਸੀ, ਉਸ ਦੇ ਵਿੱਚ ਹੀ ਮੇਰਾ ਭਾਈ ਉਸ ਦੇ ਨਾਲ ਹੀ ਸੀ। ਤੇ ਮੇਰਾ ਭਾਈ ਉਹਦਾ ਜ਼ਿਕਰ ਕਰ ਰਿਹਾ ਸੀ, ਤੇ ਮੈਂ ਉਹਨੂੰ ਇਹੀ ਗੱਲ ਕੀਤੀ, ਮੈਂ ਕਿ ਯਾਰ ਉਹਨਾਂ ਦੇ ਘਰ ਦੇ ਕੀ ਹਾਲਾਤ ਹੋਣਗੇ, ਵੀ ਜਿਹੜਾ ਜਵਾਨ ਸ਼ਹੀਦ ਹੋ ਗਿਆ, ਜਿਹੜੇ ਘਰ ਬੈਠੇ ਜਿੰਦੀ ਮਾਂ ਨੂੰ ਕਾਲ ਗਈ ਹੋਏ ਕਿ ਤੇਰਾ ਲਾਲ ਸ਼ਹੀਦ ਹੋ ਗਿਆ। ਉਹ ਬੜਾ ਮੁਸਕਰਾਇਆ। ਉਹਨੇ ਕਿਹਾ ਫਖਰ ਕਰਦੇ ਹੋ, ਉਹਦੇ ਇਲਾਕੇ ਵਾਲੇ ਉਹਦੇ ਤੇ ਫਖਰ ਕਰਦੇ ਹੋਣਗੇ ਕਿ ਉਹ ਸ਼ਹੀਦ ਹੋ ਗਿਆ। ਕਹਿੰਦਾ ਮੈਂ ਖੁਦ ਦੁਆ ਕਰਨਾ ਕਿ ਅੱਲਾਹ ਤਾਲਾ ਮੈਨੂੰ ਵੀ ਸ਼ਹਾਦਤ ਦੇ, ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਯਕੀਨਨ ਉਹ ਇੱਕ ਜੰਨਤੁਲ ਫਿਰਦੌਸ ਵਿੱਚ ਅੱਲਾਹ ਨੇ ਉਹਨਾਂ ਨੂੰ ਬੜਾ ਆਲਾ ਮੁਕਾਮ ਦਿੱਤਾ ਉਹਨੇ। ਤੇ ਕੀ ਕਹਿਣਾ ਚਾਹੋਗੇ ਆਖਰ ਵਿੱਚ, ਕੀ ਤੁਹਾਡਾ ਹੈ ਜਜ਼ਬਾਤ ਕੀ ਨੇ? ਕੱਲ ਮਤਲਬ ਕਿ ਜਿਸ ਟਾਈਮ ਜਨਾਜ਼ਾ ਸੀ, ਬੜੀ ਤਾਦਾਦ ਦੇ ਲੋਕ ਵੀ ਆਏ ਹੋਏ ਸਨ ਤੁਹਾਡੇ ਕੰਮ ਦੇ ਵਿੱਚ, ਔਰ ਬੜਾ ਸ਼ਰੀਕ ਸਨ ਲੋਕ। ਅੱਜ ਬਿਲਕੁਲ ਸਾਡਾ ਪੂਰਾ ਇਲਾਕਾ ਹੀ ਸਾਡੇ ਨਾਲ ਖੜਾ ਹੈ, ਪੂਰਾ ਡਿਸਟ੍ਰਿਕਟ, ਪੂਰੇ ਲੋਕ ਸਾਰੇ ਇੱਥੇ ਸਨ। ਔਰ ਮੇਰਾ ਖਿਆਲ ਹੈ ਕਿ ਇਹਦਾ ਜਨਾਜ਼ਾ ਤਾਰੀਖੀ ਜਨਾਜ਼ਾ ਨਹੀਂ ਹੋਇਆ। ਸਾਨੂੰ ਐਸੇ ਲੋਕ ਆ ਕੇ ਦਿਲਾਸਾ ਦੇ ਰਹੇ ਸਨ, ਮਿਲ ਰਹੇ ਸਨ। ਹੱਤਾ ਕਿ ਲੋਕ ਸਾਨੂੰ ਇਹ ਕਹਿ ਰਹੇ ਸਨ ਕਿ ਯਾਰ ਨਈਮ ਦਾ ਜਨਾਜ਼ਾ ਵੇਖ ਕੇ ਦਿਲ ਕੀਤਾ ਕਿ ਕਾਸ਼ ਯਾਰ ਇਹਦੀ ਜਗ੍ਹਾ ਤੇ ਅਸੀਂ ਹੁੰਦੇ। ਤੇ ਸਾਡੇ ਖਾਨਦਾਨ ਨੂੰ ਉਹਨੇ ਸਵਾਰ ਦਿੱਤਾ, ਸਾਨੂੰ ਲੋਕ ਨਹੀਂ ਜਾਣਦੇ ਸਨ ਉਹਨੂੰ। ਫਿਰ ਸਭ ਤੋਂ ਮੇਨ ਜਿਹੜੀ ਹੁੰਦੀ ਇੱਕ ਬੜੀ ਅੱਛੀ ਚੀਜ਼ ਹੈ,
ਉਹ ਤਸਵੀਰ ਨਹੀਂ ਬਣਾਉਂਦਾ ਸੀ, ਸ਼ੌਕ ਨਹੀਂ ਰੱਖਦਾ ਸੀ ਤਸਵੀਰ ਨਹੀਂ ਤਸਵੀਰਾਂ ਬਣਾਉਂਦਾ। ਦਾ। ਚੰਦ ਇੱਕ ਤਸਵੀਰਾਂ ਸਨ ਉਹਦੀਆਂ ਕੁਵੇਟਾ ਦੇ ਵਿੱਚ, ਹੂੰ, ਉਹ ਉਹਦੇ ਦੋਸਤ ਕੋਲ ਮੋਬਾਈਲ ਸੀ, ਅੱਛਾ ਜੀ, ਉਹ ਉਹਨੇ ਬਣੀ ਹੋਈ ਹੈ ਸਾਨੂੰ ਸਰ। ਸੈਂਡ ਕਰਵਾ ਦਿੰਦਾ ਸੀ ਉਹਨਾਂ ਕੋਲ। ਆਪਣੀ ਉਹਦੀ ਆਈਡੀ ਹੈ, ਆਪਣੇ ਮੋਬਾਈਲ ਦੇ ਵਿੱਚ ਆਪਣੀ ਤਸਵੀਰ ਨਹੀਂ ਬਣਾਉਂਦਾ ਸੀ। ਸਹੀ ਤੇ ਉਹ ਸਾਲ ਮੇਰਾ ਬਾਈ ਟ੍ਰੈਂਡਿੰਗ 'ਚ ਚੱਲ ਰਿਹਾ, ਹਰ ਬੰਦਾ ਉਸ ਦੀ ਤਸਵੀਰ ਲਾਉਂਦਾ ਹੈ, ਹਰ ਬੰਦਾ ਉਸ ਦੀ ਵੀਡੀਓ ਸ਼ੇਅਰ ਕਰ ਰਿਹਾ। ਬਸ ਅੱਲਾ ਦਾ ਸ਼ੁਕਰ ਹੈ, बस अल्लाह ਦਾ आसान है, उन्हें सानू नवाज लिया। जी नाज़रीन कराम, ये उस नईम की, उस जवान की फैमिली थी और जज्बात इतने हैं और अल्लाह रब्बुल इज़्ज़त की ज़ात का शुक्र अदा कर रहे हैं कि अल्लाह रब्बुल इज़्ज़त की ज़ात ने इनके भाई को शहादत जैसे रुतबे से फायज किया। दूसरा भाई भी मेरे साथ मौजूद है, इनसे भी बात करते हैं। अस्सलाम वालेकुम जी, कैसे हैं आप? ठीक ठाक हैं? वालेकुम सलाम, अल्हम्दुलिल्लाह। आप बैंक में जॉब करते हैं? जी बैंक में जॉब करता था। रिज़ाइन दे दिया था? जी रिजाइन दे दिया था। तो क्या कहना चाहेंगे आपसे, चूँकि फ़ोन पे बात टेलीफोनिकली होती रहती थी, क्या आपसे बात होती थी उनके साथ? बात यही घर का पूछता था, काम काज का पूछता था, क्योंकि जब वो उसकी ट्रेनिंग ख़त्म हुई थी ना, तो मुझे उस वक्त मेरे साथ मतलब एक हादसा पेश आया था। मेरे पाँव पे गोली लग गई थी, तो हमने उसको नहीं बताया था कि मुझे गोली लग गई है। जब वो घर में आया तो घर वालों बच्चों ने मतलब बड़े शौक से उसके लिए फूल मतलब लेकर आए, गुलदस्ते फूल वेलकम करने के लिए। तो वो सब से मिला, तो मैं बेड पर लेटा हुआ था, मुझे कहता था कि मुझे खड़े होकर मिलो। मैंने कहा नहीं, ऐसे मिल ले। तो कहता नहीं, खड़े होकर मिलोगे तो मिलूंगा। मैंने कहा यार ऐसे मिल ले। तो छोटे भाई ने कहा कि यार उसके साथ थोड़ा सा मसला है, इसलिए वो खड़ा नहीं हो सकता, ऐसे मिल ले। कहता क्या क्या मसला है? तो छोटे भाई ने कहा कि भाई को गोली लगी है, तो आप ऐसे मिल लो। जब उसने गोली का नाम सुना तो वो बैठ गया, रोने लग गया। कहता कि आप लोगों ने अच्छा नहीं किया, मुझे बताया ही नहीं है। तो फिर मैंने उसको अपनी गोदी में ले लिया। मैंने कहा यार जो होना था वो हो गया है, ये किस्मत में था। मतलब हर किसी का दिल जीत लेता था, हंसता था, हर किसी से हंसी मजाक, लोगों के साथ बड़ी मोहब्बत। ये उसकी मोहब्बत ही थी जो इतना बड़ा जनाजा हुआ है, जो इतने लोग आए। हम तो इतने लोगों को जानते ही नहीं थे जितने उसका जनाजे में शामिल हुए हैं। ईद के बाद शादी रखी हुई थी? हाँ जी, ईद के बाद शादी। क्या कहते हैं, आए हैं वो? मेरी फैमिली थी समझ लें, क्योंकि मेरी जो मिसेज है उसकी छोटी बहन थी। तो बड़े शौक से हमने मतलब वो रिश्ता किया। वो मेरे पास ही बैठे हैं, तो हमने बड़ी खुशी के साथ। जी इनकी सिस्टर के साथ उस जवान की शादी होनी थी, और जरा आप बस ये जज्बात लफ्ज़ों में नहीं बयान कर सकते हम लोग। तो बड़ा ही अच्छा बच्चा था, और वैसे भी कज़न है, मेरी खाला है मेरी, उनका बेटा था। तो हमारे लिए तो बड़ा हमारा सर फख्र से बुलंद कर गया। लेकिन बस अभी तक घर का क्या माहौल है, घर क्या कहते हैं, फैमिली, मतलब एक दुख तो है, अफसोस तो है। फिलहाल हम स्टिल शॉक में हैं अभी तक। तो अल्लाह पाक वक्त के साथ ये चीज़ें हैं, बड़ा लंबा सफ़र है, अल्लाह पाक तय करे। क्या कहना चाहेंगे आखिर में पाकिस्तानी नौजवानों को, पाकिस्तानी अवाम को? क्या कहना चाहेंगे जो आर्मी के साथ मोहब्बत करते हैं, या एक जानब कोई मतलब कि तनकीद भी होती है जवानों के ऊपर, घर में बैठे हुए लोग कर रहे होते हैं? तनकीद जहाँ जायज़ है वहाँ सारे करते हैं। बाकी जज्बा होना चाहिए पाकिस्तान के लिए। पाकिस्तान के आर्मी के जवान जो हमारे लिए दिन रात हमारी हिफाजत कर रहे हैं, तो बिल्कुल शौक़ रखना चाहिए। और ये जो नईम के साथ जो हुआ है, तो हर बंदे की ख्वाहिश होती है कि जी मैं शहीद कहलाऊँ। तो अल्लाह पाक उसके दर्जात बुलंद करे और सबको हिम्मत दे कि इस तरह की शहादत सबको मिले।